ਸਤਿ ਸ੍ਰੀ ਅਕਾਲ। ਅੱਜ ਦਾ ਐਪੀਸੋਡ ਮਹੱਤਵਪੂਰਨ ਹੈ। ਕਿਉਂ ਹੈ? ਮਾਈਂਡ ਮੈਨੇਜਮੈਂਟ, ਮਨ ਦੀ ਮੈਨੇਜਮੈਂਟ। ਮਨ ਦੀ ਮੈਨੇਜਮੈਂਟ ਮਾਨਾ ਵਿਚਾਰਾਂ ਦੀ ਮੈਨੇਜਮੈਂਟ। ਇਹ ਪਹਿਲਾਂ ਆਪਣੇ ਪਾਸੇ ਸੰਭਵ ਨਹੀਂ ਸੀ, ਪਰ ਹੁਣ ਵਿਗਿਆਨ ਨੇ ਇਸ ਚੀਜ਼ ਨੂੰ ਪ੍ਰੂਵ ਕਰ ਦਿੱਤਾ ਕਿ ਇੱਕ ਵਿਚਾਰ, ਉਹ 10 ਕਿਸਮ ਦੇ ਵਿਚਾਰਾਂ ਵਿੱਚੋਂ ਕਿਸੇ ਕਿਸਮ ਦਾ ਵੀ ਵਿਚਾਰ ਹੈ, ਉਹ ਸਾਡੇ ਇੱਕ ਸੈੱਲ ਤੱਕ ਪਹੁੰਚਦਾ ਹੈ। ਇੱਕ ਸੈੱਲ ਤੱਕ ਉਸ ਦੇ ਕੈਮੀਕਲਸ ਪਹੁੰਚਦੇ ਹਨ, ਤਾਂ ਸਾਨੂੰ ਤਨ ਵਿੱਚ ਤਣਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਮਨ ਦਾ ਤਣਾਅ ਹਾਰਮੋਨਸ ਦੁਆਰਾ ਹਾਰਮੋਨੀ ਪਰਿਵਰਤਨ ਹੋ ਜਾਂਦੀ ਹੈ ਤਣਾਅ ਵਿੱਚ, ਤਾਂ ਉਹ ਸੈੱਲ ਕਨਵਰਟ ਹੋ ਕਰਕੇ ਵਿਚਾਰ ਕੈਮੀਕਲ ਦਾ ਰੂਪ ਲੈ ਲੈਂਦੇ ਹਨ। ਜਿਉਂ-ਜਿਉਂ ਕੈਮੀਕਲ ਵੱਧਦੇ ਹਨ, ਤਿਉਂ-ਤਿਉਂ ਸਾਡਾ ਦ੍ਰਿਸ਼ਟੀਕੋਣ, ਸਾਡਾ ਐਟੀਟਿਊਡ, ਸਾਡੇ ਇਮੋਸ਼ਨਸ, ਸਾਡਾ ਕੁਆਂਟਮ ਲੈਵਲ ਵੀ ਹੈਲਦੀ ਨਹੀਂ ਰਹਿੰਦਾ। ਹੁਣ ਦੋ ਚੀਜ਼ਾਂ ਆਈਆਂ ਹਨ ਕਿ ਜਿਉਂ-ਜਿਉਂ ਅਸੀਂ ਮਨ ਦਾ ਮੈਨੇਜਮੈਂਟ ਕਰਦੇ ਹਾਂ, ਕਿਸ ਤਰ੍ਹਾਂ ਕਰਦੇ ਹਾਂ। ਸਾਡੇ ਕੋਲੇ ਦੋ ਆਪਸ਼ਨ ਹਨ। ਅਗਰ ਦੋ ਕਿਸਮ ਦੇ ਵਿਚਾਰ ਤੁਹਾਡੇ ਸਾਹਮਣੇ ਆਏ, ਨੈਗੇਟਿਵ ਇਵੈਂਟਸ ਆਈਆਂ, ਨੈਗੇਟਿਵ ਘਟਨਾ ਆਈ, ਪਰਿਸਥਿਤੀ ਆਈ, ਉਸ ਪਰਿਸਥਿਤੀ ਦੇ ਵਿੱਚ ਕੀ ਫਾਇਦਾ ਹੈ? ਇੱਕ ਵਾਰੀ ਇੱਕ ਬਿਜ਼ਨਸਮੈਨ ਜਿਹਨੇ ਸ਼ੇਅਰ ਮਾਰਕੀਟ ਵਿੱਚ ਕਾਫੀ ਪੈਸਾ ਲਾ ਰੱਖਿਆ ਸੀ, ਔਰ ਉਮੀਦ ਸੀ ਕਿ ਮੈਨੂੰ 10 ਲੱਖ ਰੁਪਏ ਪ੍ਰੋਫਿਟ ਹੋਏਗਾ, ਪਰੰਤੂ ਉਸਨੇ ਦੇਖਿਆ ਕਿ ਜਦੋਂ ਰਿਜ਼ਲਟ ਆਇਆ ਕਿ ਮੈਨੂੰ 10 ਦੀ ਬਜਾਏ 5 ਲੱਖ ਰੁਪਈਆ, ਤਾਂ ਉਹ ਉਦਾਸ ਵੀ ਹੋਇਆ, ਨਿਰਾਸ਼ ਹੋਇਆ। ਘਰ ਆਇਆ, ਸੋ ਪਤਨੀ ਨੇ ਪੁੱਛਿਆ ਕੀ ਗੱਲ ਹੈ, ਅੱਜ ਤੁਸੀਂ ਬੜੇ ਨਿਰਾਸ਼ ਹੋ? ਉਹਨਾਂ ਨੇ ਕਿਹਾ ਪੈਸਾ ਲਗਾਇਆ ਸੀਗਾ, ਉਮੀਦ ਸੀ 10 ਲੱਖ ਦੀ, ਪਰ ਉਹ 10 ਲੱਖ ਦੀ ਬਜਾਏ 5 ਲੱਖ ਹੀ ਆਇਆ। ਕਹਿੰਦੀ ਇਹ ਵੀ ਕੋਈ ਗੱਲ ਹੈ? ਤੇ ਬੈਨੀਫਿਟ ਤਾਂ ਹੋਇਆ ਨਾ, ਫਾਇਦਾ ਹੀ ਹੋਇਆ, ਨੁਕਸਾਨ ਤਾਂ ਨਹੀਂ ਹੋਇਆ ਹੈ। ਉਹਨੇ ਐਸ਼ੋਰੈਂਸ ਦਿੱਤਾ, ਉਸਨੂੰ ਹਿੰਮਤ ਦਿੱਤੀ, ਤਾਂ ਉਹਦੇ ਵਿਚਾਰ ਬਦਲ ਗਏ। ਇਸ ਤਰ੍ਹਾਂ ਹੀ ਸਾਡੇ ਸਾਹਮਣੇ ਅਨੇਕ ਚੀਜ਼ਾਂ ਹੁੰਦੀਆਂ ਹਨ। ਕਈ ਵਾਰੀ ਸਾਨੂੰ ਬਹੁਤ ਘਾਟਾ ਪੈ ਜਾਂਦਾ, ਔਰ ਪਰ ਇੱਕ ਚੀਜ਼ ਅੱਜ ਤਾਂ ਉਹਦਾ ਘਾਟਾ ਪੈ ਗਿਆ, ਔਰ ਫਿਊਚਰ ਦੇ ਵਿੱਚ ਸਾਨੂੰ ਫਾਇਦਾ ਵੀ ਹੋ ਸਕਦਾ ਹੈ। ਅਸੀਂ ਪਾਸਟ ਦੀਆਂ ਗੱਲਾਂ ਨੂੰ ਯਾਦ ਕਰਕੇ ਕਈ ਵਾਰੀ ਬਹੁਤ ਪਰੇਸ਼ਾਨ ਹੋ ਜਾਂਦੇ। ਕਿਸੇ ਨੇ ਕਿਹਾ ਹੈ ਕਿ ਜੇ ਅਸੀਂ ਪਾਸਟ ਦੇ ਉੱਤੇ ਚਿੰਤਨ ਕਰਦੇ ਹਾਂ, ਪਾਸਟ ਇੱਕ ਕੈਂਸਲ ਚੈੱਕ ਹੈ, ਕਦੇ ਵੀ ਕੈਂਸਲ ਚੈੱਕ ਜਿਹੜਾ ਹੈ ਰਿਕਵਰ ਨਹੀਂ ਹੁੰਦਾ। ਔਰ ਫਿਊਚਰ ਜਿਹੜਾ ਹੈਗਾ, ਉਹਦੇ ਬਾਰੇ ਵੀ ਚਿੰਤਨ ਚੱਲਦਾ ਹੈਗਾ ਕਿ ਆਉਣ ਵਾਲੀ ਜਨਰੇਸ਼ਨ ਕਿਸ ਤਰ੍ਹਾਂ ਚੱਲੇਗੀ। ਔਰ ਜਿਹੜਾ ਫਿਊਚਰ ਅਜੇ ਤੱਕ ਬੋਰਨ ਹੀ ਨਹੀਂ ਹੋਇਆ, ਅਜੇ ਤੱਕ ਜਨਮ ਹੀ ਨਹੀਂ ਹੋਇਆ, ਪਹਿਲੇ ਚਿੰਤਾ ਕਰਨੀ ਸ਼ੁਰੂ ਕਰ ਦਿੱਤੀ। ਸਾਨੂੰ ਅੱਜ ਦੇ ਪ੍ਰੈਜ਼ੈਂਟ ਟਾਈਮ ਵਿੱਚ ਰਹਿਣਾ ਚਾਹੀਦਾ ਹੈ। ਜਿਹੜਾ ਕਿ ਕੈਸ਼ ਹੈ, ਉਹ ਤੁਹਾਡੇ ਹੱਥ ਵਿੱਚ। ਅਗਰ ਵਰਤਮਾਨ ਤੁਹਾਡਾ ਖਰਾਬ ਹੁੰਦਾ ਹੈ, ਤਾਂ ਤੁਹਾਡਾ ਫਿਊਚਰ ਵੀ ਖਰਾਬ ਹੋ ਜਾਏਗਾ। ਤਾਂ ਹਰ ਇੱਕ ਚੀਜ਼ ਨੂੰ ਅਸੀਂ ਪ੍ਰੈਜ਼ੈਂਟ ਨੂੰ ਖੁਸ਼ੀ ਵਿੱਚ ਰੱਖੀਏ, ਆਪਣੇ ਜੀਵਨ ਨੂੰ ਹਰ ਸਮੇਂ ਉਮੰਗ ਤੇ ਉਤਸ਼ਾਹ ਵਿੱਚ ਰੱਖੀਏ, ਕਿਉਂਕਿ ਅਸੀਂ ਦੋ ਆਪਸ਼ਨ ਦੇ ਵਿੱਚੋਂ ਇੱਕ ਆਪਸ਼ਨ ਲੈਂਦੇ ਹਾਂ।
ਇੱਕ ਆਪਸ਼ਨ ਵੱਡੀ ਹੈ, ਇੱਕ ਆਪਸ਼ਨ ਛੋਟੀ ਹੈ। ਨੁਕਸਾਨ ਹੋ ਜਾਂਦਾ ਹੈ। ਅੱਜ ਬਾਹਰੀ ਨੈਗੇਟਿਵ ਵਾਤਾਵਰਣ ਹੈ। ਆਂਤਰਿਕ ਸੋਚ ਵੀ ਅੱਜ ਸਾਡੀ ਬਾਹਰੀ ਵਾਤਾਵਰਣ ਨਾਲ ਜੁੜੀ ਹੋਈ ਹੈ। ਆਪਣਾ ਧਿਆਨ ਕਿਸ ਤਰਫ ਜਾਂਦਾ ਹੈ? ਆਪਣਾ ਧਿਆਨ ਜਾਂਦਾ ਹੈ ਮੈਜੋਰਿਟੀ ਵੱਲ। ਵੱਡੀ ਜੋ ਘਟਨਾ ਹੋਈ ਹੈ ਉਹਦੇ ਵੱਲ, ਪਰ ਉਹਦੇ 'ਚ ਫਾਇਦਾ ਜਿਹੜਾ ਹੈ ਉਹ ਛੋਟਾ ਹੈ। ਕੁਝ ਫਾਇਦਾ ਹੈ। ਜੇ ਅਸੀਂ ਫਾਇਦੇ ਵੱਲ ਜਾਈਏ, ਉਹ ਛੋਟੇ ਫਾਇਦੇ ਨੂੰ ਵੀ ਸੋਚੀਏ, ਤਾਂ ਸਾਡਾ ਜੀਵਨ ਦੇ ਵਿੱਚ ਅਸ਼ਾਂਤੀ ਨਹੀਂ ਆਏਗੀ, ਤਣਾਅ ਨਹੀਂ ਆਏਗਾ। ਇਸੇ ਨੂੰ ਮਾਈਂਡ ਮੈਨੇਜਮੈਂਟ ਕਿਹਾ ਗਿਆ ਕਿ ਹਰ ਇੱਕ ਚੀਜ਼ ਦੇ ਵਿੱਚੋਂ ਪੋਜ਼ਿਟਿਵ ਵਾਈਬ੍ਰੇਸ਼ਨ ਲਓ। ਹਰ ਇੱਕ ਚੀਜ਼ ਦੇ ਵਿੱਚ ਨੈਗੇਟਿਵ ਵੀ ਹੈ ਔਰ ਪੋਜ਼ਿਟਿਵ ਵੀ ਹੈ, ਔਰ ਪੋਜ਼ਿਟਿਵ ਲੈਣਾ ਉਹ ਆਪਣੇ ਵੱਸ। ਇਸ ਤਰ੍ਹਾਂ ਦੀ ਇੱਕ ਮਿਸਾਲ ਹੋਰ ਛੋਟੀ ਜੀ ਹੈ ਕਿ ਇੱਕ ਬਿਜ਼ਨਸਮੈਨ ਦੇ 2 ਬੱਚੇ ਸੀ। ਉਹਨੇ ਕਿਹਾ ਕਿ ਮੈਂ ਆਪਣੇ ਬੱਚਿਆਂ ਦਾ ਟੈਸਟ ਲਵਾਂ ਕਿ ਨੈਗੇਟਿਵ ਹਨ ਜਾਂ ਪੋਜ਼ਿਟਿਵ ਹਨ। ਉਹਨੇ ਇੱਕ ਬੱਚੇ ਦੇ ਕਮਰੇ ਨੂੰ ਸਜਾ ਦਿੱਤਾ ਫੁੱਲਾਂ ਨਾਲ, ਖੁਸ਼ਬੂਦਾਰ, ਹਰ ਇੱਕ ਚੀਜ਼ ਅੱਛੀ ਤਰ੍ਹਾਂ ਉਹਨੇ ਅਰੇਂਜ ਕਰ ਦਿੱਤੀ। ਜਦੋਂ ਉਹ ਬੱਚਾ ਕਮਰੇ ਦੇ ਵਿੱਚ ਆਇਆ, ਕਹਿਣ ਲੱਗਾ ਕਿ ਬੇਵਕੂਫੀ ਕੀਤੀ ਹੈ, ਕੀ ਕੀਤਾ ਹੈ, ਇੰਨਾ ਪੈਸਾ ਬਰਬਾਦ ਕਰਨ ਦੀ ਕੀ ਜ਼ਰੂਰਤ ਸੀ। ਉਸਨੇ ਉਸ ਚੀਜ਼ ਨੂੰ ਜੋ ਪੋਜ਼ਿਟਿਵ ਸੀ ਉਹਨੂੰ ਨੈਗੇਟਿਵ ਰੂਪ 'ਚ ਪਰਿਵਰਤਨ ਕਰ ਲਿਆ। ਤਣਾਅ ਵਿੱਚ ਆਇਆ, ਗੁੱਸਾ ਆਇਆ। ਔਰ ਦੂਸਰੇ ਬੱਚੇ ਦਾ ਜੋ ਟੈਸਟ ਲੈਣਾ ਸੀਗਾ, ਉਸਨੇ ਉਸਦੇ ਕਮਰੇ ਦੇ ਅੰਦਰ ਘੋੜੇ ਦੀ ਲਿੱਦ ਦਿੱਤੀ, ਉਹ ਲਿੱਦ ਡਾਲ ਦਿੱਤੀ। ਉਹ ਅੰਦਰ ਗਿਆ, ਉਸਨੇ ਉਸਨੂੰ ਸਾਫ਼ ਕੀਤਾ, ਇੱਧਰ ਉੱਧਰ ਦੇਖਣ ਲੱਗਿਆ। ਬੇਟਾ ਕੀ ਦੇਖ ਰਿਹਾ ਹੈ? ਕਹਿੰਦਾ ਮੈਂ ਇਹ ਦੇਖ ਰਿਹਾ ਵੀ ਇਹ ਜੋ ਲਿੱਦ ਆਈ ਹੈ, ਇਹ ਘੋੜਾ ਕਿੱਥੇ 'ਚ ਹੈ? ਇੱਥੇ ਜ਼ਰੂਰ ਕੋਈ ਘੋੜਾ ਵੀ ਹੋਏਗਾ ਇੱਧਰ ਉੱਧਰ। ਤੇ ਦੋਨਾਂ ਦੀ ਸੋਚ ਦੇ ਵਿੱਚ ਕਿੰਨਾ ਫਰਕ ਹੈ। ਇਸ ਤਰ੍ਹਾਂ ਹੀ ਸਾਡੇ ਹਰ ਇੱਕ ਵਿਚਾਰ ਦੇ ਵਿੱਚ ਅਸੀਂ ਪੋਜ਼ਿਟਿਵ ਰਹੀਏ, ਇਰੀਟੇਟ ਨਾ ਹੋਈਏ। ਅੱਜ ਦੇ ਟਾਈਮ ਵਿੱਚ ਜਦੋਂ ਪੇਸ਼ੈਂਟ ਦੇ ਪਾਸ ਡਾਕਟਰ ਜਾਂਦਾ ਹੈ, ਪੇਸ਼ੈਂਟ ਡਾਕਟਰ ਦੇ ਪਾਸ ਜਾਂਦਾ ਹੈ, ਤਾਂ ਪਹਿਲੀ ਜੋ ਦਵਾਈ ਹੈ ਉਹ ਡਾਕਟਰ ਦਾ ਬਿਹੇਵੀਅਰ ਹੀ ਹੁੰਦਾ ਹੈ। ਉਹ ਹੱਸ ਕੇ ਨਾਮ ਲੈ ਕੇ ਰਿਸੀਵ ਕਰਦਾ ਹੈ, ਤਾਂ ਪੇਸ਼ੈਂਟ ਦੀ ਅੱਧੀ ਬਿਮਾਰੀ ਉੱਥੇ ਹੀ ਖਤਮ ਹੋ ਜਾਂਦੀ ਹੈ। ਅਗਰ ਪੇਸ਼ੈਂਟ ਦਾ ਮੂਡ ਵੀ ਆਫ ਹੈ ਔਰ ਡਾਕਟਰ ਦੇ ਅੰਦਰ ਵੀ ਇਰੀਟੇਸ਼ਨ ਹੈ, ਤਾਂ ਦੋਨਾਂ ਦੇ ਉੱਤੇ ਕੀ ਇਫੈਕਟ ਹੁੰਦਾ ਹੈ। ਤਾਂ ਇਹ ਚੀਜ਼ਾਂ ਨੂੰ ਸੋਚਣਾ ਬਹੁਤ ਜ਼ਰੂਰੀ ਹੈ। ਮੈਂ ਦੇਖਿਆ ਹੈ ਆਪਣੇ ਮੈਡੀਕਲ ਪ੍ਰੈਕਟਿਸ ਦੇ ਵਿੱਚ, ਮੈਂ ਇਹ ਚੀਜ਼ ਨੂੰ ਪਹਿਲ ਦਿੱਤੀ। ਜਦੋਂ ਵੀ ਕੋਈ ਪੇਸ਼ੈਂਟ ਆਉਂਦਾ ਹੈ, ਹਾਂਜੀ ਆਓ ਬੈਠੋ, ਤਾਂ ਉਹ ਬੜੀ ਅੱਛੀ ਤਰ੍ਹਾਂ ਖੁਸ਼ ਹੋ ਕੇ ਬੈਠਦਾ। ਉਸੇ ਕਮਰੇ ਵਿੱਚ ਇੱਕ ਮੇਰਾ ਡਾਕਟਰ ਹੋਰ ਬੈਠਾ ਹੋਇਆ ਸੀ। ਮੈਨੂੰ ਕਾਫੀ ਸਮੇਂ ਹੋ ਗਿਆ ਸੀ, ਕਈ ਵਰਸ਼ ਹੋ ਗਏ ਸੀ। ਉਹ ਦੇਖਦਾ ਰਿਹਾ। ਇੱਕ ਪੇਸ਼ੈਂਟ ਆਇਆ, ਮੈਂ ਉਹਨੂੰ ਬੜਾ ਰਿਸੀਵ ਕੀਤਾ ਪਿਆਰ ਨਾਲ, ਕਿਉਂਕਿ ਪਿਆਰ ਦੇ ਵਿੱਚ ਤਾਂ ਕੋਈ ਕਾਸਟ ਨਹੀਂ ਨਾ ਹੈ। ਮੈਂ ਉਹਨੂੰ ਕਿਹਾ ਆਓ ਬੈਠੋ। ਹਾਂ ਕਿਆ ਹੋ ਗਿਆ ਬਾਈ, ਹੈ ਕੀ ਸਮੱਸਿਆ ਹੈ? ਤਾਂ ਕਹਿਣ ਲੱਗਿਆ ਡਾਕਟਰ ਸਾਹਿਬ ਅੱਧੀ ਬਿਮਾਰੀ ਤਾਂ ਤੁਹਾਡੇ ਕੋਲ ਆ ਕੇ ਹੀ ਖਤਮ ਹੋ ਜਾਂਦੀ ਹੈ। ਕਹਿੰਦਾ ਕਿ ਤੁਸੀਂ ਹੱਸ ਕੇ ਗੱਲ ਕਰਦੇ ਹੋਗੇ, ਪਿਆਰ ਨਾਲ ਗੱਲ ਕਰਦੇ ਹੋ, ਬਾਕੀ ਛੋਟੀ ਮੋਟੀ ਜਿਹੜੀ ਹੈ ਉਹ ਤੁਹਾਡੀ ਦੁਆ ਨਾਲ ਖਤਮ ਹੋ ਜਾਏਗੀ। ਜਦੋਂ ਪੇਸ਼ੈਂਟ ਚਲਾ ਗਿਆ ਤਾਂ ਦੂਸਰਾ ਡਾਕਟਰ ਮੈਨੂੰ ਕਹਿਣ ਲੱਗਿਆ ਕਿ ਡਾਕਟਰ ਸਾਹਿਬ ਤੁਸੀਂ ਜਦੋਂ ਪੇਸ਼ੈਂਟ ਨੂੰ ਅਟੈਂਡ ਕਰਦੇ ਹੋ, ਤੁਹਾਡੇ ਪੇਸ਼ੈਂਟ ਜਿਹੜੇ ਆ ਉਹ ਜਿਹੜੀ ਜਲਦੀ ਠੀਕ ਹੋ ਜਾਂਦੇ। ਮੈਂ ਕਿਹਾ ਗੱਲ ਤੇ ਕੁਛ ਵੀ ਨਹੀਂ ਹੈਗੀ, ਮੈਂ ਨੋਰਮਲੀ ਅਟੈਂਡ ਕਰਦਾ, ਸਿਰਫ ਆਪਣੇ ਉੱਤੇ ਅਟੈਂਸ਼ਨ ਰੱਖਦਾ ਕਿ ਮੇਰੀ ਵੀਕਨੈਸ ਦਾ ਇਫੈਕਟ ਮੇਰੇ ਪੇਸ਼ੈਂਟ 'ਤੇ ਨਾ ਹੋਵੇ।
ਪੇਸ਼ੈਂਟ ਕਿਸ ਤਰ੍ਹਾਂ ਦਾ ਵੀ ਹੋਵੇ, ਪਰ ਪੇਸ਼ੈਂਟ ਨੂੰ ਇਨਸਪਾਇਰੇਸ਼ਨ ਦੀ ਜ਼ਰੂਰਤ ਹੈ। ਪੇਸ਼ੈਂਟ ਦੇ ਕੋਲੇ ਵਾਈਬ੍ਰੇਸ਼ਨ ਦੂਰ ਬੈਠੇ ਵੀ ਜਾਂਦੀ ਹੈ। ਇੱਕ ਬਿਮਾਰ ਯੂਕੇ ਤੋਂ ਆਇਆ ਸੀ, ਉਹਦੀ ਖਾਂਸੀ ਨਹੀਂ ਸੀ ਠੀਕ ਹੋ ਰਹੀ ਔਰ ਦੂਰ ਬੈਠਾ ਸੀ। ਉਹ ਪੰਜਾਬੀ ਜੈਂਟਲਮੈਨ ਸੀ। ਜਦੋਂ ਬਿਮਾਰ ਚਲੇ ਗਏ ਤਾਂ ਮੇਰੇ ਪਾਸ ਆ ਕੇ ਕਹਿਣ ਲੱਗਿਆ, ਡਾਕਟਰ ਸਾਹਿਬ ਇੱਕ ਚੀਜ਼ ਹੈ, ਮੈਂ ਇੱਕ ਤੁਹਾਤੋਂ ਰਾਏ ਮੰਗਦਾ ਕਿ ਮੇਰੀ ਵੀ ਖਾਂਸੀ ਠੀਕ ਨਹੀਂ ਹੋ ਰਹੀ ਹੈ। ਮੈਂ ਬਹੁਤ ਮੈਡੀਸਨ ਐਂਟੀਬਾਇਓਟਿਕਸ ਇੰਨੇ ਹੀ ਲੈ ਚੁੱਕੇ ਹਾਂ ਫੋਰਨ ਦੇ ਵਿੱਚ, ਪਰ ਮੈਨੂੰ ਇਹ ਆਰਾਮ ਨਹੀਂ ਆਇਆ। ਜਦੋਂ ਉਹਨੇ ਥੋੜ੍ਹੀ ਜਿਹੀ ਖਾਂਸੀ ਕੀਤੀ, ਮੈਂ ਕਿਹਾ ਕੋਈ ਗੱਲ ਨਹੀਂ, ਅੱਜ ਹੀ ਠੀਕ ਹੋ ਜਾਏਗੀ। ਕਹਿੰਦਾ ਅੱਜ ਹੀ ਠੀਕ ਹੋ ਜਾਏਗੀ। ਤੇ ਬੜਾ ਖੁਸ਼ ਹੋਇਆ ਹੈ। ਮੈਂ ਉਹਨੂੰ ਟੈਬਲੇਟ ਲਿਖੀ, ਮੈਂ ਇੱਕ ਸੈਂਪਲ ਉਸਦਾ ਲੈ ਲਿਆ ਖਾਂਸੀ ਦਾ, ਉਹਨੂੰ ਕਲਚਰ ਵਾਸਤੇ ਭੇਜ ਦਿੱਤਾ। ਮੈਂ ਕਿਹਾ 3 ਦਿਨਾਂ ਮਗਰੋਂ ਆਉਣਾ, 3 ਦਿਨ ਇਹ ਗੋਲੀ ਲੈਣਾ ਔਰ ਫਿਰ ਤੁਹਾਨੂੰ ਦੱਸਾਂਗਾ ਕੀ ਹੈ। ਤੇ ਕਲਚਰ ਦਾ ਜਿਹੜਾ ਸੀ ਰਿਜ਼ਲਟ ਉਹ ਨੈਗੇਟਿਵ ਆ ਗਿਆ। ਕੇਸ ਦੀ ਖਾਂਸੀ ਦੇ ਵਿੱਚ ਕੋਈ ਬੈਕਟੀਰੀਆ ਨਹੀਂ, ਕੋਈ ਹਾਰਮਫੁਲ ਜਰਾਸੀਮ ਨਹੀਂ। ਜਦੋਂ ਮੇਰੇ ਪਾਸ ਆਇਆ, ਮੈਂ ਕਿਹਾ ਬੜੀ ਖੁਸ਼ਖਬਰੀ ਹੈ। ਉਹ ਉਦੋਂ ਵੀ ਪਹਿਲਾਂ ਮੈਨੂੰ ਕਹਿਣ ਲੱਗਾ ਕਿ ਪਹਿਲਾਂ ਮੇਰੀ ਖੁਸ਼ਖਬਰੀ ਸੁਣ ਲਓ। ਮੈਂ ਕਿਹਾ ਹਾਂ ਦੱਸੋ। ਕਹਿੰਦਾ ਰਾਤ ਨੂੰ ਗੋਲੀ ਲਈ, ਸਾਰੀ ਰਾਤ ਆਰਾਮ ਨਾਲ ਸੁੱਤਾ ਨਹੀਂ ਤਾਂ ਖੰਘਦਾ ਰਹਿੰਦਾ ਸੀ। ਕਹਿੰਦਾ 3 ਦਿਨ ਦੇ ਵਿੱਚ ਹੀ 3 ਦਿਨ ਆਰਾਮ ਨਾਲ ਸੁੱਤਾ, ਖਾਂਸੀ ਨਹੀਂ ਆਈ। ਮੈਂ ਕਿਹਾ ਇਹਦਾ ਰਿਪੋਰਟ ਵੀ ਨੈਗੇਟਿਵ ਆ ਗਈ ਹੈ। ਕਹਿੰਦਾ ਡਾਕਟਰ ਸਾਹਿਬ ਇਹ ਕੀ ਪ੍ਰੋਬਲਮ ਹੈ। ਮੈਂ ਕਿਹਾ ਪ੍ਰੋਬਲਮ ਕੁਛ ਨਹੀਂ ਹੈ, ਇਹ ਐਲਰਜਿਕ ਹੈ। ਐਲਰਜਿਕ ਦੇ ਵਿੱਚ ਚੈਸਟ ਬਿਲਕੁਲ ਕਲੀਅਰ ਹੈ ਔਰ ਫੇਫੜੇ ਵਿੱਚ ਕੁਛ ਨਹੀਂ ਹੈ ਔਰ ਖਾਂਸੀ ਵਿੱਚ ਕੁਛ ਨਹੀਂ ਹੈ। ਔਰ ਦੂਸਰੀ ਚੀਜ਼ ਹੈ ਕਿ ਐਲਰਜੀ ਦੀ ਮੈਡੀਸਨ ਟਾਈਮ ਟੂ ਟਾਈਮ ਲੈਣੀ ਪੈਂਦੀ ਹੈ। ਮੈਂ ਕਿਹਾ ਹੋਰ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ, ਅੱਜ ਤੋਂ ਇਹ ਸੋਚ ਨੂੰ ਬੰਦ ਕਰ ਦੇਣਾ। ਤਾਂ ਬੜਾ ਖੁਸ਼ ਹੋਇਆ ਔਰ ਇੰਨੀ ਖੁਸ਼ੀ ਹੋਈ, ਕਹਿੰਦਾ ਮੈਨੂੰ ਇਸ ਤਰ੍ਹਾਂ ਦੀਆਂ ਗੋਲੀਆਂ ਇੱਥੋਂ ਹੀ ਦਿਓ, ਕਹਿੰਦਾ ਕਿ ਮੈਂ ਲੈ ਕੇ ਜਾਵਾਂ ਫੋਰਨ ਦੇ ਵਿੱਚ ਵੀ ਇਹ ਗੋਲੀ ਲੈਂਦਾ ਰਹਾਂ ਤਾਂ ਠੀਕ ਹੈ। ਤੇ ਇਸ ਤਰ੍ਹਾਂ ਹੀ ਆਪਾਂ ਵਿਚਾਰ ਕਰੀਏ ਕਿ ਮਾਈਂਡ ਮੈਨੇਜਮੈਂਟ, ਮਾਈਂਡ ਇੱਕ ਬਹੁਤ ਵੱਡਾ ਰੋਲ ਪਲੇ ਕਰਦਾ ਹੈ। ਅਸੀਂ ਸਰੀਰ ਦੇ ਉੱਤੇ ਤਾਂ ਪੂਰੀ ਅਟੈਂਸ਼ਨ ਦਿੱਤੀ, ਪੂਰੇ ਵਿਟਾਮਿਨ ਵੀ ਲਏ, ਡਾਈਟ ਨੂੰ ਵੀ ਅਸੀਂ ਡਾਈਟੀਸ਼ੀਅਨ ਦੇ ਅਨੁਸਾਰ ਕੰਟਰੋਲ ਕੀਤਾ। ਅੱਜ ਦੀ ਡਾਈਟੀਸ਼ੀਅਨ ਦੇ ਅੰਦਰ ਵੀ ਬੜੀ ਚੇਂਜਸ ਆ ਗਈ, ਉਹਦੇ ਨਾਲ ਵੀ ਸਾਡਾ ਕੰਟਰੋਲ ਨਹੀਂ ਹੋ ਰਿਹਾ। ਸਾਡੀ ਬਾਡੀ 25-30 ਵਰਸ਼ ਤੋਂ ਮਗਰੋਂ ਕੋਈ ਵੱਡੀ એનર્ਜੀ ਨਹੀਂ ਚਾਹੁੰਦੀ, ਇੱਕ ਮੇਨਟੇਨੈਂਸ ਡੋਜ਼ ਚਾਹੀਦੀ ਹੈ। ਉਹ ਕੀ ਚੀਜ਼ ਹੈ? ਉਹ ਕੈਲਰੀਜ਼ ਦੇ ਰੂਪ ਵਿੱਚ ਆਉਂਦੀ ਹੈ। ਹੁਣ ਕੈਲਰੀ ਦੇ ਬਾਰੇ ਮੈਂ ਪਹਿਲਾਂ ਦੱਸ ਚੁੱਕਿਆ ਹਾਂ ਕਿ ਕੈਲਰੀ ਜਿਹੜੀ ਹੈ ਉਹ ਇੱਕ ਸਿੰਪਲ ਚੀਜ਼ ਹੈ ਕਿ ਕੈਲਰੀ ਹਾਰਡ ਵਰਕਰ ਨੂੰ 2500 ਤੋਂ 3000 ਤੱਕ ਔਰ ਮੋਡਰੇਟ ਨੂੰ 1500 ਔਰ ਜਿਨ੍ਹਾਂ ਨੇ ਕੰਮ ਬਿਲਕੁਲ ਹੀ ਨਹੀਂ ਕਰਨਾ ਉਹਨਾਂ ਨੂੰ ਤਾਂ ਸਿਰਫ 500-600 ਕੈਲਰੀ ਦੀ ਲੋੜ ਹੈ। ਕੈਲਰੀ ਦੀ ਕੈਲਕੂਲੇਸ਼ਨ 3 ਕਿਸਮ ਦੀ ਡਾਈਟ, ਪ੍ਰੋਟੀਨ, ਫੈਟ ਔਰ ਕਾਰਬੋਹਾਈਡਰੇਟਸ ਦੇ ਅਨੁਸਾਰ ਕੀਤੀ ਜਾ ਸਕਦੀ ਹੈ। ਇਸ ਵਾਸਤੇ ਇਹ ਚੀਜ਼ ਹੈ, ਜੇ ਆਪਾਂ ਦੋਨਾਂ ਚੀਜ਼ਾਂ ਤੇ ਅਟੈਂਸ਼ਨ ਦੇਈਏ, ਇੱਕ ਡਾਈਟ ਉੱਪਰ ਔਰ ਇੱਕ ਮਾਈਂਡ ਮੈਨੇਜਮੈਂਟ। ਮਾਈਂਡ ਮੈਨੇਜਮੈਂਟ ਕੋਈ ਵੱਡੀ ਚੀਜ਼ ਨਹੀਂ ਹੈ ਕਿ ਆਪਣੇ ਮਾਈਂਡ ਨੂੰ ਮੋਲਡ ਕਰਨਾ। ਮੈਂ ਪਹਿਲੇ ਵੀ ਦੱਸ ਚੁੱਕਿਆ, ਪਹਿਲੇ ਐਪੀਸੋਡ ਦੇ ਵਿੱਚ ਵੀ, ਕਿ ਸਟੀਅਰਿੰਗ ਹੁੰਦਾ ਗੱਡੀ ਨੂੰ ਟਰਨ ਕਰਨ ਵਾਸਤੇ। ਸਾਡਾ ਸਟੀਅਰਿੰਗ ਹੈ ਮਾਈਂਡ, ਮਨ। ਆਪਣੇ ਵਿਚਾਰ ਨੂੰ ਬਦਲੀ ਕਰ ਦਿਓ, ਨੈਗੇਟਿਵ ਨੂੰ ਪੋਜ਼ੀਟਿਵ ਬਣਾ ਲਓ। ਕੁਝ ਫਾਇਦਾ ਹੈ ਕਿਉਂਕਿ ਅਸੀਂ ਨੈਗੇਟਿਵ ਨੂੰ ਹਟਾ ਤਾਂ ਬਿਲਕੁਲ ਨਹੀਂ ਸਕਦੇ, ਨੁਕਸਾਨ ਹੋ ਚੁੱਕਿਆ, ਉਹਦਾ ਭਰਪਾਈ ਨਹੀਂ ਹੋ ਸਕਦੀ। ਇਹਨਾਂ ਚੀਜ਼ਾਂ ਦੇ ਨਾਲ ਹੀ ਮੈਂ ਅੱਜ ਦੇ ਐਪੀਸੋਡ ਤੋਂ ਵਿਰਾਮ ਦਿੰਦਾ ਹੋਇਆ, ਸਤਿ ਸ੍ਰੀ ਅਕਾਲ।